मेरे बच्चों साਰਿਆਂ ਨੂੰ ਸਤਿ ਸ਼੍ਰੀ ਅਕਾਲ। ਚੌਥੀ ਜਮਾਤ ਦੇ ਵਿਦਿਆਰਥੀ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ, ਆਪਣਾ ਸਿਲੇਬਸ ਕਰ ਰਹੇ ਨੇ, ਵਰਕਸ਼ੀਟਾਂ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਤੁਹਾਡੇ ਨਾਲ ਬੈਠੇ ਮਾਤਾ ਪਿਤਾ ਅਤੇ ਤੁਹਾਡੇ ਭੈਣ ਭਰਾ ਛੋਟੇ ਅਤੇ ਵੱਡੇ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ, ਉਹਨਾਂ ਦਾ ਵੀ ਸਵਾਗਤ। ਉਹ ਵੀ ਇਸ ਵੀਡੀਓ ਤੋਂ ਕੁਛ ਨਾ ਕੁਛ ਜ਼ਰੂਰ ਸਿੱਖਣਗੇ, ਕਿਉਂਕਿ ਕਹਾਣੀ ਕਾਫੀ ਸਿੱਖਿਆਦਾਇਕ ਹੈ। ਔਰ ਨਾਲ ਦੀ ਨਾਲ ਅਸੀਂ ਵਰਕਸ਼ੀਟ ਜਦੋਂ ਕਰਾਂਗੇ ਤਾਂ ਅਸੀਂ ਆਪਣੀ ਦੁਹਰਾਈ ਦਾ ਕੰਮ ਵੀ ਕਰ ਰਹੇ ਹੋਵਾਂਗੇ। ਅਧਿਆਪਕ ਸਾਥੀ ਜਿੰਨੇ ਵੀ ਜੁੜੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਅਤੇ ਸਵਾਗਤ। ਪਿਆਰੇ ਬੱਚਿਓ, ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਲਗਾਤਾਰ ਵਰਕਸ਼ੀਟਾਂ ਦੇ ਉੱਪਰ ਕੰਮ ਕਰ ਰਹੇ ਹਾਂ। ਔਰ ਇਹ ਸਾਡੀ ਅੱਜ ਦੀ ਜਿਹੜੀ ਵਰਕਸ਼ੀਟ ਹੈ ਉਹ ਵਰਕਸ਼ੀਟ ਨੰਬਰ 3 ਹੈ। ਔਰ ਚੌਥੀ ਜਮਾਤ ਦੇ ਬੱਚਿਆਂ ਨੂੰ ਪਤਾ ਹੋਏਗਾ ਕਿ ਉਹਨਾਂ ਦਾ ਪਾਠ ਨੰਬਰ ਵੀ 3 ਹੀ ਹੈ। ਪਾਠ ਦਾ ਨਾਮ ਹੈ ਬਾਲ ਸੁਖਦੇਵ। ਬੇਟਾ, ਸਾਡੇ ਦੇਸ਼ ਦੀ ਆਜ਼ਾਦੀ ਲਈ ਬਹੁਤ ਸਾਰੇ ਆਜ਼ਾਦੀ ਦੇ ਪਰਵਾਨੇ, ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਯੋਧੇ ਸੂਰਬੀਰ ਹੋਏ ਨੇ। ਉਹਨਾਂ ਵਿੱਚੋਂ ਇੱਕ ਨਾਮ ਸੁਖਦੇਵ ਦਾ ਵੀ ਹੈ। ਇਸੇ ਸੰਬੰਧ ਵਿੱਚ ਇਹ ਸਾਰੀ ਕਹਾਣੀ ਸੀ, ਇਹ ਪਾਠ ਸੀ ਬਾਲ ਸੁਖਦੇਵ, ਜਿਹੜਾ ਤੁਸੀਂ ਸਿਲੇਬਸ ਦੇ ਵਿੱਚ ਕੀਤਾ ਸੀ। ਔਰ ਮੈਂ ਤੁਹਾਨੂੰ ਵੀਡੀਓ ਰਾਹੀਂ ਚੰਗੀ ਤਰ੍ਹਾਂ ਪਾਠ ਪੜ੍ਹਾਇਆ ਵੀ ਸੀ, ਅਭਿਆਸ ਵੀ ਕਰਾਈ ਸੀ। ਸੋ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜ਼ਰੂਰ ਤੁਸੀਂ ਇਹ ਪਾਠ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਲਓ, ਦੁਹਰਾਈ ਕਰ ਲਓ, ਫਿਰ ਹੀ ਤੁਸੀਂ ਇਹ ਵਰਕਸ਼ੀਟ ਕਰਨ ਦੇ ਯੋਗ ਹੋਵੋਗੇ। ਤਾਂ ਹੀ ਤੁਸੀਂ ਆਸਾਨੀ ਨਾਲ ਜਿਹੜੇ ਉੱਤਰ ਜਿਹੜੇ ਪ੍ਰਸ਼ਨਾਂ ਦੇ ਸਕਦੇ ਹੋ। ਸੋ ਚਲੋ, ਮੈਂ ਇਹ ਮੰਨ ਕੇ ਚੱਲਦਾ ਕਿ ਤੁਸੀਂ ਪਹਿਲਾਂ ਤੋਂ ਹੀ ਇਸ ਦੀ ਦੁਹਰਾਈ ਕੀਤੀ ਹੋਈ ਹੈ, ਪਾਠ ਪੜ੍ਹਿਆ ਹੋਇਆ। ਸੋ ਪ੍ਰਸ਼ਨ ਨੰਬਰ ਪਹਿਲਾ ਲੈਂਦੇ ਹਾਂ, ਵਰਕਸ਼ੀਟ ਨੰਬਰ 3 ਪੰਜਾਬੀ ਜਮਾਤ ਚੌਥੀ। ਪਹਿਲਾ ਪ੍ਰਸ਼ਨ ਹੈ, ਸੁਖਦੇਵ ਦਾ ਜਨਮ ਕਿਸ ਸਾਲ ਹੋਇਆ? ਅਗਰ ਤੇ ਬੇਟਾ ਤੁਸੀਂ ਪਾਠ ਧਿਆਨ ਨਾਲ ਪੜ੍ਹਿਆ, ਤੁਹਾਨੂੰ ਪਤਾ ਹੋਏਗਾ ਪਾਠ ਦੇ ਸ਼ੁਰੂ ਦੇ ਵਿੱਚ ਹੀ ਲਿਖਿਆ ਸੀ ਕਿ 1907 ਈਸਵੀ ਨੂੰ ਬਾਲ ਸੁਖਦੇਵ ਦਾ ਜਨਮ ਜਿਹੜਾ ਸੀ ਉਹ ਹੋਇਆ ਸੀ। ਸਾਡਾ ਉੱਤਰ ਜਿਹੜਾ ਹੈ ਉਹ ਈਡੀ ਹੋਏਗਾ। ਠੀਕ ਹੈ। ਪ੍ਰਸ਼ਨ ਨੰਬਰ 2 ਹੈ, ਸੁਖਦੇਵ ਦੀ ਚਚੇਰੀ ਭੈਣ ਦਾ ਕੀ ਨਾਂ ਸੀ? ਦੱਸੋ ਬੇਟਾ, ਚਚੇਰੀ ਭੈਣ ਕੌਣ ਸੀ? ਰਲੀ ਦੇਈ ਸੀ, ਰਹੀਮਣ ਸੀ, ਇਹਨਾਂ 'ਚੋਂ ਕੋਈ ਨਹੀਂ ਕਿ ਗੌਰਾਂ ਸੀ। ਸੋ ਸਾਨੂੰ ਪਤਾ ਹੈ ਕਿ ਗੌਰਾਂ ਜਿਹੜੀ ਸੀ ਉਹਦੀ ਚਚੇਰੀ ਭੈਣ ਸੀ, ਉਹਦੇ ਨਾਲੋਂ 7 ਸਾਲ ਵੱਡੀ ਸੀ। ਔਰ ਰਹੀਮਣ ਜਿਹੜੀ ਸੀ ਉਹਨਾਂ ਦੀ ਨੌਕਰਾਣੀ ਸੀ ਘਰ ਦੀ, ਜਿਹੜੇ ਘਰ ਦੇ ਕੰਮ ਕਰਦੀ ਸੀ ਅਤੇ ਸੁਖਦੇਵ ਦੀ ਮਾਤਾ ਨਾਲ ਕੰਮ ਵਿੱਚ ਹੱਥ ਵਟਾਉਂਦੀ ਸੀ। ਇਸੇ ਤਰ੍ਹਾਂ ਹੀ ਜਿਹੜੀ ਗੌਰਾਂ ਹੈ ਇਹ ਸੁਖਦੇਵ ਦੀ ਭੈਣ ਸੀ, ਚਚੇਰੀ ਭੈਣ ਸੀ। ਠੀਕ ਹੈ। ਪ੍ਰਸ਼ਨ ਨੰਬਰ 3, ਜਲਿਆਂਵਾਲੇ ਬਾਗ ਦਾ ਸਾਕਾ ਕਦੋਂ ਹੋਇਆ? ਇਹ ਤਾਂ ਬੜਾ ਬਹੁਤ ਮਸ਼ਹੂਰ ਹੈ। ਜਦੋਂ ਤੋਂ ਅਸੀਂ ਪ੍ਰਾਇਮਰੀ ਕਲਾਸ ਦੇ ਵਿੱਚ ਜਮਾਤ ਤੀਸਰੀ ਤੋਂ ਸ਼ੁਰੂ ਕਰਦੇ ਹਾਂ, ਜਲਿਆਂਵਾਲੇ ਬਾਗ ਦਾ ਸਾਕਾ ਪੜ੍ਹਨਾ ਸ਼ੁਰੂ ਕਰਦੇ ਹਾਂ, ਤਾਂ ਵੱਡੀਆਂ ਕਲਾਸਾਂ ਤੱਕ ਅਸੀਂ ਇਸ ਨੂੰ ਪੜ੍ਹਦੇ ਹੀ ਰਹਿੰਦੇ ਹਾਂ। ਸਾਨੂੰ ਯਾਦ ਹੋਣਾ ਚਾਹੀਦਾ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਸੀ ਹੋਇਆ ਸੀ। ਸੋ ਇਹਦਾ ਉੱਤਰ ਹੋਏਗਾ ਐਡਾ। ਠੀਕ ਹੈ ਬੱਚੋ। ਪ੍ਰਸ਼ਨ ਨੰਬਰ 4, ਸੁਖਦੇਵ ਲਾਇਲਪੁਰ ਦੇ ਖਾਲੀ ਥਾਂ ਸਕੂਲ ਵਿੱਚ ਪੜ੍ਹਦਾ ਸੀ। ਲਾਇਲਪੁਰ ਦੇ ਕਿਹੜੇ ਸਕੂਲ 'ਚ ਪੜ੍ਹਦਾ ਸੀ? ਸਰਕਾਰੀ ਸਕੂਲ 'ਚ, ਪ੍ਰਾਈਵੇਟ ਸਕੂਲ 'ਚ, ਸਨਾਤਨ ਧਰਮ ਸਕੂਲ 'ਚ ਜਾਂ ਆਦਰਸ਼ ਸਕੂਲ 'ਚ? ਸੋ ਬੇਟਾ, ਲਾਇਲਪੁਰ ਦੇ ਪਾਠ 'ਚ ਤੁਸੀਂ ਪੜ੍ਹਿਆ ਹੋਏਗਾ, ਸਮਝ ਹੋਏਗੀ, ਤੁਹਾਨੂੰ ਯਾਦ ਹੋਏਗਾ ਕਿ ਲਾਇਲਪੁਰ ਦੇ ਸਨਾਤਨ ਧਰਮ ਸਕੂਲ ਵਿੱਚ ਜਿਹੜਾ ਸੀ ਸੁਖਦੇਵ ਪੜ੍ਹਦਾ ਸੀ। ਸੋ ਉੱਤਰ ਆਏਗਾ ਇਹਦਾ ਈਡੀ। ਅੱਗੇ ਹੈ ਪ੍ਰਸ਼ਨ ਨੰਬਰ 5, ਸੁਖਦੇਵ ਨੇ ਕਿਸ ਨੂੰ ਸਲਾਮੀ ਦੇਣ ਤੋਂ ਇਨਕਾਰ ਕੀਤਾ? ਜਦੋਂ ਸੁਖਦੇਵ ਦੇ ਸਕੂਲ 'ਚ ਤੁਸੀਂ ਪਾਠ ਦੌਰਾਨ ਚੰਗੀ ਤਰ੍ਹਾਂ ਵੇਖਿਆ ਹੋਏਗਾ
ਸਮਝਿਆ ਹੋਵੇਗਾ ਕਿ ਸਵੇਰ ਦੀ ਸਭਾ ਤੋਂ ਬਾਅਦ, ਅਸੈਂਬਲੀ ਤੋਂ ਬਾਅਦ ਇੱਕ ਅੰਗਰੇਜ਼ ਅਫਸਰ ਨੂੰ ਸਲਾਮੀ ਦੇਣੀ ਹੁੰਦੀ ਸੀ, ਪਰ ਸੁਖਦੇਵ ਨੇ ਸਲਾਮੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਤੇ ਕਿਹਨੂੰ ਇਨਕਾਰ ਕੀਤਾ ਸੀ? ਅੰਗਰੇਜ਼ ਅਫਸਰ ਨੂੰ। ਠੀਕ ਹੈ, ਸੋ ਇਹਦਾ ਉੱਤਰ ਮੁੱਖ ਅਧਿਆਪਕ ਨਹੀਂ ਆਏਗਾ, ਸਿਪਾਹੀ ਨਹੀਂ ਆਏਗਾ, ਫੌਜੀ ਨਹੀਂ ਹੋਏਗਾ, ਅੰਗਰੇਜ਼ ਅਫਸਰ ਆਏਗਾ। ਠੀਕ ਹੈ ਬੇਟਾ, ਤੁਹਾਨੂੰ ਨਾਲ ਨਾਲ ਪਾਠ ਯਾਦ ਵੀ ਆ ਰਿਹਾ ਹੋਣਾ। ਅਗਰ ਕਿਸੇ ਬੱਚੇ ਨੇ ਦੇਰ ਦਾ ਪੜ੍ਹਿਆ ਜਾਂ 2-4 ਦਿਨ ਪਹਿਲਾਂ ਦਾ ਪੜ੍ਹਿਆ ਜਾਂ 1 ਮਹੀਨਾ ਪਹਿਲਾਂ ਦਾ ਵੀ ਪੜ੍ਹਿਆ ਤਾਂ ਤੁਹਾਨੂੰ ਸਭ ਕੁਝ ਯਾਦ ਆ ਰਿਹਾ ਹੋਵੇਗਾ। ਸੋ ਦੁਹਰਾਈ ਦਾ ਬੇਟਾ ਹੀ ਮਕਸਦ ਹੁੰਦਾ ਹੈ। ਪ੍ਰਸ਼ਨ ਨੰਬਰ ਅਗਲਾ, ਸੁਖਦੇਵ ਅਤੇ ਭਗਤ ਸਿੰਘ ਕਦੋਂ ਦੋਸਤ ਬਣੇ? ਬਚਪਨ ਵਿੱਚ, ਵੱਡੇ ਹੋ ਕੇ, ਕਾਲਜ ਸਮੇਂ ਜਾਂ ਜੇਲ੍ਹ ਵਿੱਚ? ਅਤੇ ਪਾਠ ਦੇ ਅਖੀਰ ਦੇ ਪੈਰੇ ਵਿੱਚ ਇਹ ਦੱਸਿਆ ਗਿਆ ਸੀ ਕਿ ਭਗਤ ਸਿੰਘ ਦੇ ਚਾਚਾ ਜੀ ਅਤੇ ਸੁਖਦੇਵ ਦੇ ਪਿਤਾ ਜੀ ਅਤੇ ਚਾਚਾ ਜੀ ਉਹਨਾਂ ਦੇ ਕਾਫੀ ਦੋਸਤ ਸਨ। ਸੋ ਉਹਨਾਂ ਦੇ ਘਰ ਆਉਂਦੇ ਸਨ ਸੁਖਦੇਵ ਕੇ ਘਰ। ਸੋ ਬਚਪਨ ਵਿੱਚ ਇਹ ਦੋਸਤ ਜਿਹੜੇ ਬਣ ਗਏ ਸਨ। ਸੋ ਉੱਤਰ ਊੜਾ ਆਏਗਾ। ਪ੍ਰਸ਼ਨ ਨੰਬਰ 7, ਚਿੜਚਿੜਾ ਕੀ ਹੁੰਦਾ ਹੈ? ਚਿੜਚਿੜਾ ਕੀ ਹੁੰਦਾ ਹੈ? ਚਿੜਚਿੜੇ ਦਾ ਭਾਵ ਹਸਮੁਖ ਹੁੰਦਾ ਹੈ, ਖਿੜਨ ਵਾਲਾ ਹੁੰਦਾ ਹੈ, ਰੋਣ ਵਾਲਾ ਹੁੰਦਾ ਹੈ ਕਿ ਗੁੱਸੇ ਵਾਲਾ ਹੁੰਦਾ ਹੈ? ਸੋ ਚਿੜਚਿੜੇ ਦਾ ਭਾਵ ਖਿਝਣ ਵਾਲਾ ਹੁੰਦਾ ਹੈ। ਜਦੋਂ ਕੋਈ ਬੱਚਾ ਖਿਝ ਜਾਂਦਾ ਹੈ, ਨਿੱਕੀ ਨਿੱਕੀ ਗੱਲ 'ਤੇ ਉਹਨੂੰ ਗੁੱਸਾ ਆਉਣ ਲੱਗ ਪੈਂਦਾ, ਉਹ ਖਿਝਦਾ, ਕਚੀਚੀਆਂ ਵੱਟਦਾ, ਇੱਕਦਮ ਗੁੱਸਾ ਕਰਦਾ, ਤਾਂ ਉਸਨੂੰ ਆਪਾਂ ਚਿੜਚਿੜਾ ਕਹਿ ਦਿੰਦੇ ਹਾਂ ਕਿ ਬੱਚਾ ਬੜਾ ਚਿੜਚਿੜਾ ਹੋ ਗਿਆ। ਕਈ ਵਾਰ ਤੁਹਾਡੇ ਵਿੱਚੋਂ ਕਾਫੀ ਬੱਚੇ ਚਿੜਚਿੜੇ ਹੋ ਜਾਂਦੇ ਹਨ ਜਦੋਂ ਬਾਰ-ਬਾਰ ਮਾਤਾ ਪਿਤਾ ਕਹਿੰਦੇ ਕਿ ਕੰਮ ਕਰ ਲਓ, ਤੁਸੀਂ ਖਿੱਚ ਕੇ ਪੈਂਦੇ ਹੋ, ਇਸ ਨੂੰ ਚਿੜਚਿੜਾ ਕਹਿੰਦੇ। ਠੀਕ ਹੈ, ਅੱਗੇ ਹੈ ਪ੍ਰਸ਼ਨ ਨੰਬਰ 8, ਕਿਸ ਦਾ ਸੁਭਾਅ ਚਿੜਚਿੜਾ ਹੋ ਗਿਆ ਸੀ? ਹੁਣੇ ਮੈਂ ਤੁਹਾਨੂੰ ਦੱਸਿਆ ਕਿ ਕਦੇ ਕਦੇ ਬਾਲ ਸੁਖਦੇਵ ਦਾ ਸੁਭਾਅ ਜਿਹੜਾ ਚਿੜਚਿੜਾ ਹੋ ਜਾਂਦਾ ਸੀ। ਠੀਕ ਹੈ, ਇਹ ਤਾਂ ਬਹੁਤ ਸੌਖਾ ਸੀ। ਅੱਗੇ ਹੈ ਪ੍ਰਸ਼ਨ ਨੰਬਰ 9, ਸੁਖਦੇਵ ਅਤੇ ਭਗਤ ਸਿੰਘ ਦਾ ਤੀਜਾ ਸਾਥੀ ਕੌਣ ਸੀ? ਬੇਟਾ ਜਦੋਂ ਫਾਂਸੀ ਦੀ ਗੱਲ ਆਉਂਦੀ ਹੈ ਤਾਂ 3 ਸ਼ਹੀਦਾਂ ਦਾ ਇਕੱਠਾ ਨਾਮ ਆਉਂਦਾ ਹੈ। ਪਾਠ ਵਿੱਚ ਵੀ 3 ਸ਼ਹੀਦਾਂ ਦਾ ਨਾਮ ਆਇਆ, ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ। ਤਸਵੀਰਾਂ ਵਿੱਚ ਵੀ ਅਸੀਂ ਦੇਖਦੇ ਹਾਂ, ਸਭ ਤੋਂ ਜਿਹੜੀ ਮੁੱਢਲੀ ਅਤੇ ਵਿਚਕਾਰਲੀ ਤਸਵੀਰ ਉਹ ਸ਼ਹੀਦ ਭਗਤ ਸਿੰਘ ਜੀ ਹੋਰਾਂ ਦੀ ਹੁੰਦੀ ਹੈ, ਔਰ ਸਾਈਡ 'ਤੇ ਸੁਖਦੇਵ ਅਤੇ ਰਾਜਗੁਰੂ ਦੀ ਸੱਜੇ ਪਾਸੇ ਤਸਵੀਰ ਹੁੰਦੀ ਹੈ। ਠੀਕ ਹੈ, ਸੋ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਤੀਸਰਾ ਸਾਥੀ ਜਿਹੜਾ ਸੀ, ਤੀਸਰਾ ਦੋਸਤ ਜਿਹੜਾ ਸੀ, ਉਹ ਰਾਜਗੁਰੂ ਸੀ। ਠੀਕ ਹੈ ਬੇਟਾ, ਅੱਗੇ ਪ੍ਰਸ਼ਨ ਨੰਬਰ 10, ਅੰਗਰੇਜ਼ ਅਫਸਰ ਡੈਸ਼ ਹੋ ਗਿਆ। ਕੀ ਹੋ ਗਿਆ ਅੰਗਰੇਜ਼ ਅਫਸਰ? ਲਾਲ, ਅੱਗ ਬਬੂਲਾ, ਸਹਿਮਤ ਕੇ ਗੁੱਸੇ? ਅਤੇ ਜਦੋਂ ਸੁਖਦੇਵ ਨੇ ਸਕੂਲ ਵਿੱਚ ਅੰਗਰੇਜ਼ ਅਫਸਰ ਨੂੰ ਸਲਾਮੀ ਨਹੀਂ ਸੀ ਦਿੱਤੀ, ਅੰਗਰੇਜ਼ ਅਫਸਰ ਦੇ ਅੱਗੇ ਨਹੀਂ ਸੀ ਝੁਕਿਆ, ਤਾਂ ਅੰਗਰੇਜ਼ ਅਫਸਰ ਅੱਗ ਬਬੂਲਾ ਹੋ ਗਿਆ ਸੀ। ਠੀਕ ਹੈ ਬੇਟਾ, ਅੱਗੇ ਹੈ ਪ੍ਰਸ਼ਨ ਨੰਬਰ 11, ਕਿਹੜਾ ਸ਼ਬਦ ਸੁਖਦੇਵ ਨਾਲ ਸੰਬੰਧ ਨਹੀਂ ਰੱਖਦਾ? ਸੁਖਦੇਵ ਨਾਲ ਸੰਬੰਧਿਤ ਤੁਸੀਂ ਸਾਰਾ ਪਾਠ ਪੜ੍ਹਿਆ, ਇਹ ਸ਼ਬਦ ਵੀ ਪੜ੍ਹੋ। ਊੜਾ, ਐੜਾ, ਈੜੀ, ਸੱਸਾ, 4 ਸ਼ਬਦ ਨੇ, ਇਹਨਾਂ 'ਚੋਂ ਕਿਹੜਾ ਸੁਖਦੇਵ ਨਾਲ ਸੰਬੰਧ ਨਹੀਂ ਰੱਖਦਾ? ਚਲੋ ਪੜ੍ਹਦੇ ਹਾਂ। ਅੰਗਰੇਜ਼ਾਂ ਨਾਲ ਵੀ ਸੰਬੰਧ ਸੀ, ਕਿਉਂਕਿ ਅੰਗਰੇਜ਼ ਨਾਲ ਸਲਾਮੀ ਦੇਣ ਤੋਂ ਨਾ ਕਰਤੀ ਸੀ ਸੁਖਦੇਵ ਨੇ। ਆਜ਼ਾਦੀ, ਕਿਉਂਕਿ ਸੁਖਦੇਵ ਜੀ ਆਜ਼ਾਦੀ ਵਾਸਤੇ ਲੜੇ, ਇਹ ਵੀ ਇਹਨਾਂ ਨਾਲ ਸੰਬੰਧ ਰੱਖਦੀ ਹੈ। ਐਸ਼ ਪ੍ਰਸਤੀ, ਹਾਂ, ਇਹ ਸੰਬੰਧ ਨਹੀਂ ਰੱਖਦੀ, ਕਿਉਂਕਿ ਬਾਲ ਸੁਖਦੇਵ ਬਚਪਨ ਵਿੱਚ ਅਤੇ ਜਵਾਨੀ ਵਿੱਚ ਇਹੋ ਜਿਹੇ ਸਨ ਕਿ ਉਹਨਾਂ ਨੇ ਕਦੇ ਵੀ ਐਸ਼ ਪ੍ਰਸਤੀ ਨੂੰ, ਆਰਾਮ ਨੂੰ ਤਰਜੀਹ ਨਹੀਂ ਦਿੱਤੀ। ਠੀਕ ਹੈ, ਇਸ ਕਰਕੇ ਸ਼ਬਦ ਉਹਨਾਂ ਨਾਲ ਸੰਬੰਧਿਤ ਨਹੀਂ ਹੈ। ਫਾਂਸੀ ਵੀ ਉਹਨਾਂ ਨਾਲ ਸੰਬੰਧਿਤ ਹੈ, ਕਿਉਂਕਿ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 12, ਕਈ ਵਾਰ ਸੁਖਦੇਵ ਆਪਣੀ ਜਿੱਦ ਕਿਵੇਂ ਪੂਰੀ ਕਰ ਲੈਂਦਾ ਸੀ? ਸੋ ਸਾਰੇ ਬੱਚੇ ਜਿੱਦ ਕਰਦੇ ਆ, ਜਿੱਦਾਂ ਤੁਸੀਂ ਵੀ ਜਿੱਦ ਕਰਦੇ ਹੋ ਕਦੀ ਕਦੀ, ਹੈ ਨਾ, ਆਪਣੇ ਮਾਤਾ ਪਿਤਾ ਨਾਲ, ਭੈਣ ਭਰਾਵਾਂ ਨਾਲ। ਤਾਂ ਬਾਲ ਸੁਖਦੇਵ ਬਚਪਨ ਵਿੱਚ, ਕਿਉਂਕਿ ਬੱਚਾ ਸੀ, ਉਹ ਵੀ ਜਿੱਦ ਕਰਦਾ ਸੀ। ਅਤੇ ਜਿੱਦ ਕਿਸ ਤਰ੍ਹਾਂ ਪਕਾਉਂਦਾ ਸੀ? ਜਦੋਂ
ਘਰੋਂ ਦੌੜ ਕੇ, ਡਰਾ ਕੇ, ਰੋ ਧੋ ਕੇ ਕਿ ਹੱਸ ਕੇ। ਜਿਸ ਤਰ੍ਹਾਂ ਸਾਰੇ ਬੱਚੇ ਜਿਹੜੇ ਆ ਰੋ ਧੋ ਕੇ ਜਿੱਦ ਪਕਾਉਂਦੇ ਆ, ਇਸ ਤਰ੍ਹਾਂ ਹੀ ਬਾਲ ਸੁਖਦੇਵ ਜਿਹੜਾ ਉਹ ਵੀ ਰੋ ਧੋ ਕੇ ਆਪਣੀ ਜਿੱਦ ਪਕਾ ਲੈਂਦਾ ਸੀ। ਸੋ ਉੱਤਰ ਆਏਗਾ ਈਡੀ। ਜਲਿਆਂਵਾਲੇ ਬਾਗ, ਅਗਲਾ ਪ੍ਰਸ਼ਨ ਹੈ, ਜਲਿਆਂਵਾਲੇ ਬਾਗ ਦੇ ਸਾਕੇ ਮਗਰੋਂ ਕੀ ਹੋਇਆ? ਇਹ ਵੀ ਆਪਾਂ ਪੜ੍ਹਿਆ ਸੀ ਬੇਟਾ ਕਿ ਜਦੋਂ ਜਲਿਆਂਵਾਲਾ ਬਾਗ ਦਾ ਸਾਕਾ ਹੋ ਗਿਆ ਸੀ, ਉਸ ਤੋਂ ਮਗਰੋਂ ਫਿਰ ਅੰਗਰੇਜ਼ਾਂ ਨੂੰ ਡਰ ਸੀ ਕਿ ਲੋਕ ਇਕੱਠੇ ਹੋਣਗੇ, ਰੋਸ ਮੁਜ਼ਾਹਰੇ ਕਰਨਗੇ। ਇਹ ਵੀ ਆਪਾਂ ਪਾਠ 'ਚ ਪੜ੍ਹਿਆ ਸੀ। ਇਸ ਕਰਕੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਰੋਸ ਮੁਜ਼ਾਹਰੇ ਜਿਹੜੇ ਸੀ ਹੋਣੇ ਸੀ, ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਕਰਫਿਊ ਲਾ ਦਿੱਤਾ ਸੀ। ਲੋਕਾਂ ਨੂੰ ਰੋਕਣ ਵਾਸਤੇ ਪੁਲਿਸ ਲਗਾ ਦਿੱਤੀ ਸੀ, ਅੰਗਰੇਜ਼ ਲਗਾ ਦਿੱਤੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰੋਸ ਮੁਜ਼ਾਹਰੇ ਹੋਣੇ ਆ। ਸੋ ਜਲਿਆਂਵਾਲੇ ਬਾਗ ਦੇ ਸਾਕੇ ਮਗਰੋਂ ਕੀ ਹੋਇਆ ਸੀ? ਰੋਸ ਮੁਜ਼ਾਹਰੇ। ਸੋ ਆਪਾਂ ਟਿਕ ਲਾਵਾਂਗੇ ਰੋਸ ਮੁਜ਼ਾਹਰਿਆਂ 'ਤੇ। ਖੂਹ ਵਿੱਚ ਡਿੱਗੇ ਬੱਚੇ ਦੀ ਜਾਨ ਕਿਸ ਦੀ ਹਿੰਮਤ ਨਾਲ ਬਚੀ? ਸੋ ਇਹ ਵੀ ਸੁਖਦੇਵ ਦੀ ਹਿੰਮਤ ਨਾਲ ਹੀ ਬਚੀ ਸੀ, ਕਿਉਂਕਿ ਬਚਨ ਜਦੋਂ ਖੂਹ ਦੇ ਵਿੱਚ ਬੱਚਾ ਡਿੱਗ ਪਿਆ ਸੀ ਤਾਂ ਘਰੋਂ ਰੱਸਾ ਅਤੇ ਨੌਕਰ ਨੂੰ ਨਾਲ ਲੈ ਕੇ ਸੁਖਦੇਵ ਨੇ ਬੱਚੇ ਦੀ ਜਾਨ ਬਚਾਈ ਸੀ। ਸੁਖਦੇਵ ਦੀ ਐੜਾ ਉੱਤਰ ਆਏਗਾ। ਅੱਗੇ ਹੈ ਬੇਟੇ ਪ੍ਰਸ਼ਨ ਨੰਬਰ 15, ਅੰਗਰੇਜ਼ ਹਕੂਮਤ ਦੇਸ਼ ਭਗਤਾਂ ਨਾਲ ਕਿਹੋ ਜਿਹਾ ਸਲੂਕ ਕਰਦੀ ਸੀ? ਸਾਰਿਆਂ ਨੂੰ ਬੱਚਿਆਂ ਨੂੰ ਪਤਾ ਹੈ, ਪਾਠ ਵੀ ਪੜ੍ਹਿਆ ਕਿ ਜਿਹੜੀ ਅੰਗਰੇਜ਼ ਹਕੂਮਤ ਹੈ ਉਹ ਦੇਸ਼ ਭਗਤਾਂ ਨਾਲ ਜਿਹੜਾ ਵਿਹਾਰ ਹੈ ਚੰਗਾ ਨਹੀਂ ਸੀ ਕਰਦੀ। ਕਿਹੋ ਜਿਹਾ ਕਰਦੀ ਸੀ? ਪਿਆਰ ਵਾਲਾ, ਜ਼ੁਲਮ ਵਾਲਾ, ਸਤਿਕਾਰ ਵਾਲਾ ਕਿ ਬਰਾਬਰੀ ਵਾਲਾ? ਸੋ ਜ਼ੁਲਮ ਵਾਲਾ ਵਿਹਾਰ ਜਿਹੜਾ ਉਹ ਕਰਦੀ ਸੀ। ਆਪਾਂ ਐੜੇ 'ਤੇ ਟਿਕ ਲਾਵਾਂਗੇ, ਜ਼ੁਲਮ ਵਾਲਾ। ਪ੍ਰਸ਼ਨ ਨੰਬਰ 16, ਭਗਤ ਸਿੰਘ ਅਤੇ ਸੁਖਦੇਵ ਛੋਟੇ ਹੁੰਦੇ ਖੇਡਣ ਸਮੇਂ ਕਿਸ ਚੀਜ਼ ਦੇ ਘਰ ਬਣਾਉਂਦੇ ਸਨ? ਜਦੋਂ ਛੋਟੇ ਛੋਟੇ ਹੁੰਦੇ ਖੇਡਦੇ ਸੀ ਤਾਂ ਕਿਹੋ ਜਿਹੇ ਘਰ ਬਣਾਉਂਦੇ ਸਨ? ਮਿੱਟੀ ਦੇ, ਇੱਟਾਂ ਦੇ, ਗਾਰੇ ਦੇ, ਕਾਨਿਆਂ ਦੇ। ਸੋ ਬੇਟਾ ਜਦੋਂ ਸਾਰੇ ਬਚਪਨ ਦੇ ਵਿੱਚ ਬੱਚੇ ਇਕੱਠੇ ਹੁੰਦੇ ਆ ਅਤੇ ਜਿਸ ਤਰ੍ਹਾਂ ਬਾਕੀ ਬੱਚੇ ਮਿੱਟੀ ਦੇ ਘਰ ਬਣਾਉਂਦੇ ਆ, ਇਸ ਤਰ੍ਹਾਂ ਹੀ ਭਗਤ ਸਿੰਘ ਅਤੇ ਸੁਖਦੇਵ ਜਿਹੜੇ ਆ ਉਹ ਵੀ ਮਿੱਟੀ ਦੇ ਘਰ ਬਣਾਉਂਦੇ ਸਨ। ਸੋ ਉੱਤਰ ਆਏਗਾ ਐੜਾ, ਸੌਰੀ ਊੜਾ। ਇਸ ਤੋਂ ਅੱਗੇ 17ਵਾਂ ਪ੍ਰਸ਼ਨ, ਅੰਗਰੇਜ਼ ਅਫਸਰ ਅੱਗ ਬਗੋਲਾ ਹੋ ਗਿਆ ਤੋਂ ਕੀ ਭਾਵ ਹੈ? ਅੰਗਰੇਜ਼ ਅਫਸਰ ਅੱਗ ਬਗੋਲਾ ਹੋ ਗਿਆ, ਇਸ ਤੋਂ ਕੀ ਭਾਵ ਹੈ? ਸੋ ਇਸ ਦਾ ਭਾਵ ਹੈ ਬਹੁਤ ਜ਼ਿਆਦਾ ਗੁੱਸੇ 'ਚ ਆ ਗਿਆ, ਬਹੁਤ ਜ਼ਿਆਦਾ ਨਿਮਰ ਹੋ ਗਿਆ, ਸ਼ਾਂਤ ਹੋ ਗਿਆ, ਮਤਲਬ ਹੱਸਣ ਲੱਗਾ ਕਿ ਰੋਣ ਲੱਗਾ? ਸੋ ਇਹਦਾ ਉੱਤਰ ਆਏਗਾ ਊੜਾ, ਬਹੁਤ ਜ਼ਿਆਦਾ ਗੁੱਸੇ 'ਚ ਆ ਗਿਆ, ਕਿਉਂਕਿ ਉਹ ਮੁੱਖ ਅਧਿਆਪਕ ਅਤੇ ਅਧਿਆਪਕਾਂ ਵੱਲ ਵੇਖ ਰਿਹਾ ਸੀ ਗੁੱਸੇ ਨਾਲ ਕਿ ਇਹ ਬੱਚਾ ਮੈਨੂੰ ਝੁੱਕ ਕੇ ਨੇ ਸਲਾਮ ਨਹੀਂ ਕੀਤੀ, ਮੈਨੂੰ ਸਲਾਮੀ ਨਹੀਂ ਦਿੱਤੀ। ਸੋ ਉਹ ਬਹੁਤ ਗੁੱਸੇ ਵਿੱਚ ਆ ਗਿਆ ਸੀ। ਕੌਣ? ਅੰਗਰੇਜ਼। ਪ੍ਰਸ਼ਨ ਨੰਬਰ 18, ਸਹੀ ਸ਼ਬਦ ਜੋੜ ਚੁਣੋ। ਹੁਣ ਲਾਇਲਪੁਰ ਦੇ ਸਪੈਲਿੰਗ ਹੈ ਬੇਟਾ, ਲਾਇਲਪੁਰ ਦੇ ਸਹੀ ਸ਼ਬਦ ਦੇ ਕੀ ਸਪੈਲਿੰਗ ਨੇ, ਕੀ ਬਣਤਰ ਹੈ? ਇਹ ਵਾਲੀ ਲਾਇਲਪੁਰ, ਲਾਇਲਪੁਰ, ਲੈਲਪੁਰ ਕਿ ਲਾਇਲਪੁਰ? ਸੋ ਇਹਦਾ ਸਹੀ ਉੱਤਰ ਹੈ ਬੇਟਾ ਇਹ ਜਿਹੜਾ, ਇਹ ਨੋਟ ਕਰ ਲਓ, ਕਿਤਾਬਾਂ ਤੋਂ ਵੇਖ ਵੀ ਸਕਦੇ ਹੋ, ਤੁਸੀਂ ਮਿਲਾ ਸਕਦੇ ਹੋ, ਲਾਇਲਪੁਰ। ਠੀਕ ਹੈ। ਪ੍ਰਸ਼ਨ ਨੰਬਰ 19, ਬਾਲ ਸੁਖਦੇਵ ਦੀ ਅੰਗਰੇਜ਼ ਹਕੂਮਤ ਨਾਲ ਇਹ ਪਹਿਲੀ ਡੈਸ਼ ਸੀ। ਪਹਿਲੀ ਕੀ ਸੀ? ਮੁਲਾਕਾਤ, ਮਿਲਣੀ, ਟੱਕਰ, ਮੀਟਿੰਗ। ਸੋ ਜਦੋਂ ਪਹਿਲੀ ਵਾਰ ਨਹੀਂ ਸੀ ਝੁਕੇ ਤਾਂ ਉਸ ਨੂੰ ਲੱਗਿਆ ਸੀ ਕਿ ਇਹ ਅੰਗਰੇਜ਼ ਹਕੂਮਤ ਨਾਲ ਮੇਰੀ ਪਹਿਲੀ ਟੱਕਰ ਹੈ। ਟੱਕਰ ਹੁੰਦਾ ਹੈ ਮੁਕਾਬਲਾ ਕਰਨਾ। ਠੀਕ ਹੈ। ਸੋ ਅੰਗਰੇਜ਼ ਹਕੂਮਤ ਨਾਲ ਪਹਿਲੀ ਟੱਕਰ ਸੀ। ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 20 ਔਰ ਸਾਡੇ ਇਸ ਵਰਕਸ਼ੀਟ ਨੰਬਰ 3 ਦਾ ਆਖਰੀ ਪ੍ਰਸ਼ਨ ਹੈ, ਆਜ਼ਾਦੀ ਤੋਂ ਪਹਿਲਾਂ ਸਾਡਾ ਦੇਸ਼ ਕਿਸ ਦਾ ਗੁਲਾਮ ਸੀ?
ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਦੇਸ਼ ਕਿਸ ਦਾ ਗੁਲਾਮ ਸੀ। ਸਾਰੇ ਪਾਠ ਦੇ ਵਿੱਚ ਉਹਨਾਂ ਦੀ ਗੱਲ ਹੋਈ ਹੈ, ਅੰਗਰੇਜ਼ਾਂ ਦਾ, ਚੀਨ ਦਾ, ਫਰਾਂਸ ਦਾ, ਕਿਸੇ ਦਾ ਨਹੀਂ। ਸੋ ਸਾਡਾ ਦੇਸ਼ ਜਿਹੜਾ ਅੰਗਰੇਜ਼ਾਂ ਦਾ ਗੁਲਾਮ ਸੀ। ਉੱਤਰ ਆਏਗਾ ਊੜਾ। ਸੋ ਬੱਚੇ, ਇਹ ਸੀ ਤੁਹਾਡੀ ਵਰਕਸ਼ੀਟ ਨੰਬਰ 3। ਆਈ ਹੋਪ ਕਿ ਤੁਹਾਨੂੰ ਕਾਫੀ ਅੱਛੀ ਲੱਗੀ ਹੋਏਗੀ, ਵਿਸਥਾਰ ਨਾਲ ਤੁਹਾਨੂੰ ਸਮਝ ਆਈ ਹੋਏਗੀ। ਔਰ ਮੈਨੂੰ ਵੀ ਕਾਫੀ ਮਜ਼ਾ ਆਇਆ ਜਦੋਂ ਮੈਂ ਤੁਹਾਨੂੰ ਇਹ ਕਰਵਾਈ। ਮੈਨੂੰ ਹੌਸਲਾ ਵੀ ਮਿਲਿਆ ਕਿ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਕਰ ਰਹੇ ਹੋ। ਮੇਰਾ ਵੀ ਮਨੋਬਲ ਬਹੁਤ ਵੱਧਦਾ ਹੈ ਜਦੋਂ ਤੁਸੀਂ ਲਗਾਤਾਰ ਆਪਣੀਆਂ ਵਰਕਸ਼ੀਟ ਜਿਹੜੀਆਂ ਨੇ ਇਸ ਤਰ੍ਹਾਂ ਕਰਦੇ ਹੋ। ਮੈਨੂੰ ਆਸ ਹੈ ਕਿ ਇਸ ਤਰ੍ਹਾਂ ਹੀ ਕਰਦੇ ਰਹੋਗੇ, ਆਪਣਾ ਕੰਮ ਕਰਦੇ ਰਹੋਗੇ, ਵੱਡਿਆਂ ਦਾ ਕਹਿਣਾ ਮੰਨਦੇ ਰਹੋਗੇ। ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬੱਚੇ ਵਰਕਸ਼ੀਟ ਨੰਬਰ 3 ਜਿਹੜੀ ਉਹ ਕਰ ਸਕਣ। ਸੋ ਬੱਚਿਓ, ਘਰਾਂ 'ਚ ਰਹੋ, ਸੇਫ ਰਹੋ, ਸੁਰੱਖਿਅਤ ਰਹੋ, ਹੱਥਾਂ ਨੂੰ ਬਾਰ-ਬਾਰ ਧੋਵੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਲਗਾਤਾਰ ਪੜ੍ਹਦੇ ਰਹੋ, ਬਾਹਰ ਨਾ ਨਿਕਲੋ, ਮਾਸਕ ਦੀ ਵਰਤੋਂ ਕਰੋ। ਅਧਿਆਪਕ ਸਾਥੀ ਆਪਣੇ ਬੱਚਿਆਂ ਨੂੰ ਤਾਕੀਦ ਜ਼ਰੂਰ ਕਰਨ ਜੀ ਕਿ ਬੱਚੇ ਪਹਿਲਾਂ ਪਾਠ ਜ਼ਰੂਰ ਪੜ੍ਹਨ, ਉਸ ਤੋਂ ਬਾਅਦ ਹੀ ਵਰਕਸ਼ੀਟ ਨੂੰ ਇਹ ਵੀਡੀਓ ਦੇਖ ਕੇ ਸੋਲਵ ਕਰਨ। ਇਹ ਉਹਨਾਂ ਦੀ ਫਾਇਦੇਮੰਦ ਹੋਏਗਾ, ਬੱਚੇ ਅਭਿਆਸ ਕਰਨਗੇ। ਸੋ ਇਸ ਤੋਂ ਤੱਕ ਹੀ ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਅਧਿਆਪਕ ਸਾਥੀਆਂ ਨੂੰ ਸਨੇਹ ਭਰੀ ਸਤਿ ਸ਼੍ਰੀ ਅਕਾਲ ਜੀ, ਔਰ ਬੱਚਿਆਂ ਨੂੰ ਵੀ ਬਹੁਤ ਪਿਆਰ।